ਇੱਕ ਓੰਕਾਰ ਸਤ ਗੁਰ ਪ੍ਰਸਾਦ। ਇੱਕ ਓੰਕਾਰ ਤੋਂ ਭਾਵ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਕਰਕੇ ਉਤਪत्ति, ਲੈਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ। ਆ ਸਾਰਾ ਜਗਤ ਜਿਸ ਦਾ ਦਿਸਦਾ ਹੋਇਆ ਪ੍ਰਤੱਖ ਰੂਪ ਹੈ। ਸਤ ਦਾ ਮਤਲਬ ਉਹ ਸदैव ਹੈ, ਸਦਾ ਹੈ, ਅਬਿਨਾਸ਼ੀ ਹੈ। ਤੇ ਐਸੇ ਪ੍ਰਭੂ ਨਾਲ, ਐਸੇ ਪ੍ਰਭੂ ਦੇ ਗੁਣਾਂ ਨਾਲ, ਐਸੇ ਪ੍ਰਭੂ ਦੇ ਜੋ ਹੁਕਮ ਹੈ ਉਹਦੇ ਨਾਲ ਸਾਂਝ ਕਿਵੇਂ ਪੈ ਸਕਦੀ ਹੈ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਸਦਕਾ, ਗੁਰੂ ਦੇ ਗਿਆਨ ਰਾਹੀਂ। ਜੋ ਗੁਰੂ ਦੇ ਗਿਆਨ ਰਾਹੀਂ ਗੁਰੂ ਦੀ ਰਹਿਮਤ ਬਖਸ਼ਿਸ਼ ਦਾ ਪਾਤਰ ਬਣਦਾ ਹੈ, ਭਾਵ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦਾ ਹੈ, ਉਹ ਐਸੇ ਪ੍ਰਭੂ ਨੂੰ ਸਮਝਦਾ ਹੈ ਔਰ ਉਹਦੇ ਹੁਕਮ ਰਜ਼ਾ ਦੇ ਵਿੱਚ ਚੱਲ ਕੇ ਉਸ ਵਿੱਚ ਅਭੇਦ ਹੁੰਦਾ ਹੈ। ਰਾਮਦਾਸ ਸਰੋਵਰ ਨਾਤੇ, ਇਹ ਸ਼ਬਦ ਨਾਤੇ ਨਹੀਂ ਪੜਨਾ, ਇਹਨੂੰ ਪੜਨਾ ਹੈ ਨਾਤੇ। ਰਾਮਦਾਸ ਸਰੋਵਰ, ਰਾਮ ਦੇ ਦਾਸਾਂ ਦੇ ਸਰੋਵਰ ਵਿੱਚ। ਇੱਥੇ ਰਾਮਦਾਸ ਸਰੋਵਰ ਦਾ ਮੀਨਿੰਗ ਹੈਗਾ ਰਾਮ ਦੇ ਦਾਸਾਂ ਦੇ ਸਰੋਵਰ ਵਿੱਚ, ਮਤਲਬ ਕਿ ਸਾਧ ਸੰਗਤ ਵਿੱਚ, ਜਿੱਥੇ ਪ੍ਰਭੂ ਦੇ ਸ਼ੁਭ ਗੁਣਾਂ ਦਾ ਪ੍ਰਵਾਹ ਚੱਲਦਾ ਹੈ, ਜਿੱਥੇ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਦੀ ਗੱਲ ਕੀਤੀ ਜਾਂਦੀ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਭਾਈ, ਜਿਹੜੇ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿੱਚ, ਰਾਮ ਦਾ ਮਤਲਬ ਰਮਿਆ ਹੋਇਆ ਜੋ ਪ੍ਰਭੂ ਹੈ, ਜੋ ਸਰਬ ਵਿਆਪਕ ਪ੍ਰਭੂ ਦੇ ਦਾਸਾਂ ਦੇ ਸਰੋਵਰ ਵਿੱਚ, ਮਤਲਬ ਸਾਧ ਸੰਗਤ ਦੇ ਅੰਦਰ ਨਾਮ ਬਾਣੀ ਦੇ ਨਾਲ ਇਸ਼ਨਾਨ ਕਰਦੇ ਹਨ, ਸਭ ਉਤਰੇ ਪਾਪ ਕਮਾਤੇ, ਉਹਨਾਂ ਦੇ ਸਾਰੇ ਕੀਤੇ ਹੋਏ ਜਿਹੜੇ ਪਾਪ ਨੇ ਉਹ ਉਤਰ ਜਾਂਦੇ ਨੇ, ਭਾਵ ਕਿ ਉਹਨਾਂ ਦੇ ਸਾਰੇ ਕੀਤੇ ਹੋਏ ਪਾਪ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ। ਕਿੰਨਾ ਦੇ ਖਤਮ ਹੋ ਜਾਂਦੇ ਨੇ? ਜਿਹੜੇ ਇਨਸਾਨ ਰਾਮ ਦੇ ਦਾਸਾਂ ਦੇ ਸਰੋਵਰ ਵਿੱਚ ਇਸ਼ਨਾਨ ਕਰਦੇ ਨੇ। ਤਾਂ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝ ਲਓ। ਸਾਧ ਸੰਗਤ ਵਿੱਚ ਜਾ ਕੇ ਜੋ ਗੁਰੂ ਗਿਆਨ ਦੇ ਨਾਲ ਆਪਣੀ ਮਾਨਸਿਕਤਾ ਨੂੰ ਧੋਂਦੇ ਨੇ, ਆਪਣੀ ਬੁੱਧੀ ਨੂੰ ਧੋਂਦੇ ਨੇ, ਉਹਨਾਂ ਦੇ ਸਾਰੇ ਕੀਤੇ ਹੋਏ ਪਾਪ ਜਿਹੜੇ ਨੇ ਉਤਰ ਜਾਂਦੇ ਨੇ। ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਜਿਵੇਂ ਗੁਰੂ ਜੀ ਨੇ ਪਾਵਨ ਬਾਣੀ ਵਿੱਚ ਵਚਨ ਕੀਤਾ ਨਾ, ਮੈਂ ਆਪ ਨਾਲ ਜਿਵੇਂ ਸਾਂਝੀ ਕਰ ਰਿਹਾ ਕਿ ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਅਸਲ ਦੇ ਅੰਦਰ ਜੋ ਮੈਲ ਹੈ ਮਨੁੱਖੀ ਮਨ ਦੇ ਅੰਦਰ ਹੈ ਵਿਕਾਰਾਂ ਦੀ, ਚਾਹੇ ਉਹ ਈਰਖਾ ਦਵੇਸ਼ ਹੈ, ਪਾਪ ਨੇ, ਵਿਰੋਧ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਜਾਤੀਵਾਦ ਹੈ, ਮੇਰ ਤੇਰ ਹੈ, ਇਹ ਸਾਰੀ ਦੀ ਸਾਰੀ ਮੈਲ ਮਨੁੱਖੀ ਮਨ ਦੇ ਅੰਦਰ ਭਰੀ ਹੋਈ ਹੈ, ਸੋਚ ਦੇ ਅੰਦਰ। ਜਦੋਂ ਮਨੁੱਖ ਤੀਰਥਾਂ ਤੇ ਇਸ਼ਨਾਨ ਕਰਦਾ ਹੈ ਤਾਂ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਸਿਰਫ ਸਰੀਰ ਦੀ ਮੈਲ ਉਤਰਦੀ ਹੈ। ਜਿਵੇਂ ਗੁਰੂ ਜੀ ਨੇ ਪਾਵਨ ਬਾਣੀ ਵਿੱਚ ਸਾਨੂੰ ਬਖਸ਼ਿਸ਼ ਕਰਕੇ ਸਮਝਾਇਆ ਹੈ, ਨਾਵਣ ਚੱਲੇ ਤੀਰਥੀ ਮਨ ਖੋਟੇ, ਤਨ ਚੋਰ ਇੱਕ ਪਾਲਥੀ ਨਾਤਿਆਂ, ਦੋਏ ਪਾਛੜੀਐਸ ਹੋਰ, ਬਾਹਰ ਧੋਤੀ ਤੂੰਬੜੀ ਅੰਦਰ ਵਿਸ਼ ਨਿਕੋਰ, ਸਾਧ ਭਲੇ ਅਣ ਨਾਤਿਆਂ ਚੋਰ ਸੇ ਚੋਰਾ ਚੋਰ। ਕਿ ਲੋਕ ਤੀਰਥਾਂ ਤੇ ਇਸ਼ਨਾਨ ਕਰਦੇ ਨੇ ਤਾਂ ਗੁਰੂ ਜੀ ਕਹਿੰਦੇ ਨੇ ਇੱਕ ਪਾਸੇ ਦੀ ਮੈਲ ਉਤਰ ਜਾਂਦੀ ਹੈ ਸਰੀਰ ਦੀ, ਪਰ ਦੂਜੇ ਪਾਸੇ ਹੰਕਾਰ ਦੀ ਮੈਲ ਅੰਦਰ ਹੋਰ ਚੜ ਜਾਂਦੀ ਹੈ ਕਿ ਮੈਂ ਤੀਰਥਾਂ ਤੇ ਇਸ਼ਨਾਨ ਕਰ ਲਿਆ ਹੈ ਜਾਂ ਦਾਨ ਪੁੰਨ ਕਰ ਲਿਆ। ਤਾਂ ਇਸ ਲਈ ਆਪਣੀ ਸੋਚ ਨੂੰ ਪਵਿੱਤਰ ਕਰਨਾ ਹੈ। ਜਲ ਕੈ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਾਵੇ, ਜੈਸੇ ਮੇਂਢਕ ਤੈਸੇ ਓਏ ਨਰ ਫਿਰ ਜੂਨੀ ਆਵੇ। ਕਬੀਰ ਜੀ ਨੇ ਬੜੇ ਪਿਆਰ ਨਾਲ ਸਮਝਾਇਆ, ਕਹਿਣ ਲੱਗੇ, ਕਬੀਰ ਗੰਗਾ ਤੀਰ ਜੋ ਘਰ ਕਰੇ, ਪੀਵੇਂ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਤਾਂ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਇਸ ਤੇ ਜੋ ਅਰਥ ਭਾਈ ਸਾਹਿਬ ਸਿੰਘ ਜੀ ਕਰ ਰਹੇ ਨੇ, ਮੈਂ ਤੁਹਾਨੂੰ ਸੇਮ ਉਹ ਅਰਥ ਪੜ੍ਹ ਕੇ ਸੁਣਾ ਰਿਹਾ ਕਿ ਹੇ ਭਾਈ, ਜਿਹੜੇ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿੱਚ ਯਾਨੀ ਸਾਧ ਸੰਗਤ ਵਿੱਚ ਅੰਮ੍ਰਿਤ ਨਾਲ ਇਸ਼ਨਾਨ ਕਰਦੇ ਨੇ, ਭਾਵ ਕਿ ਰੱਬੀ ਗੁਣਾਂ ਨਾਲ, ਸੱਚ ਨਾਲ ਇਸ਼ਨਾਨ ਕਰਦੇ ਨੇ, ਆਪਣੀ ਮੱਤ ਨੂੰ ਧੋਂਦੇ ਨੇ, ਸਭ ਉਤਰੇ ਪਾਪ ਕਮਾਤੇ, ਉਹਨਾਂ ਦੇ ਕੀਤੇ ਹੋਏ ਪਾਪ ਉਤਰ ਜਾਂਦੇ ਨੇ। ਕਿਵੇਂ ਉਤਰ ਜਾਂਦੇ ਨੇ? ਇਹ ਚੀਜ਼ ਵੀ ਸਮਝਣ ਵਾਲੀ ਹੈ। ਮੰਨ ਲਓ ਮੈਂ ਝੂਠ ਬੋਲਣ ਦਾ ਪਾਪ ਕਰ ਰਿਹਾ ਔਰ ਮੈਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ, ਸੰਗਤ ਵਿੱਚ ਆ ਕੇ, ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਕਿ ਗੁਰੂ ਜੀ ਕਹਿੰਦੇ ਨੇ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਮੈਂ ਸੱਚ ਬੋਲਣਾ ਸ਼ੁਰੂ ਕਰ ਦਿੱਤਾ ਤਾਂ ਮੇਰੀ ਮੱਤ ਧੁੱਪ ਗਈ, ਝੂਠ ਦੀ ਮੈਲ ਉਤਰ ਜਾਏਗੀ। ਜਿੱਥੇ ਸੱਚ ਆ ਜਾਏਗਾ ਉੱਥੇ ਝੂਠ ਨਹੀਂ ਰਹਿਣਾ।
ਮੇਰੇ ਅੰਦਰ ਜੈਲਸੀ ਸੀ, ਮੈਂ ਈਰਖਾ ਕਰਦਾ ਲੋਕਾਂ ਨਾਲ। ਪਰ ਜਦੋਂ ਮੈਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਇਆ, ਜਦੋਂ ਗੁਰੂ ਦੀ ਪਾਵਨ ਬਾਣੀ ਪੜ੍ਹੀ, ਤਾਂ ਗੁਰੂ ਜੀ ਨੇ ਮੈਨੂੰ ਸਮਝਾਇਆ ਕਿ ਇੱਕ ਫਿੱਕਾ ਨਾ ਗਾਲਾਏ ਸਭਨਾ ਮੈਂ ਸੱਚਾ ਤਣੀ, ਹਿਆਉ ਨਾ ਕਹਿ ਹੀਠਾ ਹੈ ਮਾਨਕ ਸਭ ਅਮੁੱਲ ਵੇ। ਜੇ ਤੋ ਪਿਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ। ਤਾਂ ਮੇਰੇ ਅੰਦਰ ਪ੍ਰੇਮ ਪੈਦਾ ਹੋ ਗਿਆ, ਤੇ ਪ੍ਰੇਮ ਪੈਦਾ ਹੋਣ ਦੇ ਨਾਲ ਈਰਖਾ ਦੀ ਮੈਲ ਉਤਰ ਗਈ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੁਹਿ ਪਾਈ। ਮੇਰੇ ਅੰਦਰੋਂ ਈਰਖਾ ਦਵੇਸ਼ ਖਤਮ ਹੋ ਗਈ। ਤਾਂ ਐਵੇਂ ਜਦੋਂ ਗੁਰੂ ਗਿਆਨ ਰਾਹੀਂ ਮਨੁੱਖ ਆਪਣੀ ਮੱਤ ਨੂੰ ਸਾਫ਼ ਕਰਦਾ ਹੈ ਵਿਕਾਰਾਂ ਪਾਪਾਂ ਵੱਲੋਂ, ਤਾਂ ਉਹਦੇ ਕੀਤੇ ਹੋਏ ਪਾਪ ਲੈ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਔਰ ਉਹਦਾ ਜੀਵਨ, ਉਹਦੀ ਸੋਚ ਪਵਿੱਤਰ ਹੋ ਜਾਂਦੀ ਹੈ। ਨਿਰਮਲ ਹੋਏ ਕਰ ਇਸ਼ਨਾਨਾ, ਗੁਰੂ ਗਿਆਨ ਨਾਲ, ਰੱਬੀ ਗੁਣਾਂ ਨਾਲ ਇਸ਼ਨਾਨ ਕਰਕੇ ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਨੇ। ਹੁਣ ਇਸ਼ਨਾਨ ਕਾਹਦਾ ਹੋਇਆ ਹੈ? ਮੱਤ ਦਾ। ਭਰੀਏ ਮੱਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਸੱਚ ਨਾਲ, ਦਇਆ ਨਾਲ, ਪ੍ਰੇਮ ਨਾਲ, ਗੁਰੂ ਗਿਆਨ ਦੇ ਨਾਲ ਮੱਤ ਧੁੱਪ ਗਈ, ਇਸ਼ਨਾਨ ਹੋ ਗਿਆ, ਤੇ ਉਹਨਾਂ ਦੀ ਸੋਚ ਪਵਿੱਤਰ ਹੋ ਗਈ। ਸੋਚ ਕਰਕੇ ਉਹ ਪਵਿੱਤਰ ਹੋ ਜਾਂਦੇ ਨੇ। ਫਿਰ ਉਹਨਾਂ ਦੀ ਸੋਚ ਪਵਿੱਤਰ, ਉਹਨਾਂ ਦੇ ਬੋਲ ਪਵਿੱਤਰ, ਔਰ ਉਹਨਾਂ ਦੇ ਬਿਹੇਵੀਅਰ ਵੀ ਉਹਨਾਂ ਦਾ ਪਵਿੱਤਰ ਹੋ ਜਾਂਦਾ ਹੈ। ਗੁਰ ਪੂਰੇ ਕੀਨੇ ਦਾਨਾ। ਗੁਰ ਦਾ ਮਤਲਬ ਗੁਰੂ ਨੇ, ਦਾਨਾ ਦਾ ਮਤਲਬ ਬਖਸ਼ਿਸ਼। ਗੁਰਪੂਰੇ ਦਾ ਮਤਲਬ ਪੂਰੇ ਗੁਰੂ ਨੇ। ਪਰ ਇਹ ਬਖਸ਼ਿਸ਼ ਪੂਰੇ ਗੁਰੂ ਨੇ ਕੀਤੀ ਹੁੰਦੀ ਹੈ। ਇਹ ਬਖਸ਼ਿਸ਼ ਪੂਰੇ ਗੁਰੂ ਰਾਹੀਂ ਹੁੰਦੀ ਹੈ, ਗਿਆਨ ਦੀ। ਹੁਣ ਗਿਆਨ ਦੀ ਦਾਤ ਗੁਰੂ ਤੋਂ ਮਿਲਣੀ ਹੈ, ਤੇ ਜਿਸ ਨੂੰ ਗੁਰੂ ਤੋਂ ਗਿਆਨ ਦੀ ਦਾਤ ਮਿਲ ਗਈ, ਉਹਦੀ ਮੱਤ ਸਾਫ਼ ਹੋ ਗਈ, ਪਵਿੱਤਰ ਹੋ ਗਈ, ਉਹ ਉਸ ਗੁਰੂ ਗਿਆਨ ਦੇ ਨਾਲ ਇਸ਼ਨਾਨ ਕਰਕੇ ਪਵਿੱਤਰ ਸੋਚ ਵਾਲੇ ਬਣ ਗਏ। ਸਭ ਕੁਸ਼ਲ ਖੇਮ ਪ੍ਰਭ ਧਾਰੇ। ਸਭ ਦਾ ਮਤਲਬ ਸਾਰੇ, ਕੁਸ਼ਲ ਖੇਮ ਦਾ ਮਤਲਬ ਸੁਖ ਆਨੰਦ, ਪ੍ਰਭ ਦਾ ਮਤਲਬ ਪ੍ਰਭੂ ਨੇ। ਹੇ ਭਾਈ, ਉਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਨੇ ਸਾਰੇ ਆਤਮਿਕ ਸੁਖ ਆਨੰਦ ਪੈਦਾ ਕਰ ਦਿੱਤੇ। ਧਾਰੇ ਦਾ ਮਤਲਬ ਟਿਕਾ ਦਿੱਤੇ। ਪ੍ਰਭੂ ਨੇ ਉਹਦੇ ਹਿਰਦੇ ਦੇ ਅੰਦਰ ਸਾਰੇ ਸੁਖ ਆਨੰਦ ਪੈਦਾ ਕਰ ਦਿੱਤੇ। ਕਿਹਦੇ ਹਿਰਦੇ ਵਿੱਚ? ਕਿਹਦੀ ਸੋਚ ਵਿੱਚ? ਜਿਸ ਨੇ ਆਪਣੀ ਸੋਚ ਨੂੰ ਗੁਰੂ ਗਿਆਨ ਰਾਹੀਂ ਧੋ ਲਿਆ, ਜਿਸ ਦੀ ਮੱਤ ਦੇ ਵਿੱਚੋਂ ਪਾਪਾਂ ਦੀ ਮੈਲ ਨਿਕਲ ਗਈ, ਜਿਸ ਦੀ ਸੋਚ ਪਵਿੱਤਰ ਹੋ ਗਈ, ਜਿਹਦੇ ਅੰਦਰ ਸਤ, ਸੰਤੋਖ, ਦਇਆ, ਧਰਮ ਆਦਿਕ ਗੁਣ ਵਸ ਗਏ, ਤਾਂ ਉਸ ਇਨਸਾਨ ਦੇ ਅੰਦਰ ਸਾਰੇ ਸੁਖ, ਆਰਾਮ, ਚੈਨ, ਆਨੰਦ, ਪ੍ਰਸੰਨਤਾ ਵੀ ਆ ਵਸਦੇ ਨੇ। ਤਾਂ ਇਹਦਾ ਮਤਲਬ, ਜੇ ਕੋਈ ਇਨਸਾਨ ਚਾਹੁੰਦਾ ਹੈ ਕਿ ਉਸ ਦੀ ਜ਼ਿੰਦਗੀ ਅੰਦਰ ਸਾਰੇ ਆਤਮਿਕ ਸੁਖ ਆਨੰਦ ਪੈਦਾ ਹੋ ਜਾਣ, ਤਾਂ ਉਹਦੇ ਵਾਸਤੇ ਇੱਕ ਹੀ ਨੇਮ ਹੈ ਕਿ ਗੁਰੂ ਗਿਆਨ ਰਾਹੀਂ ਆਪਣੀ ਭੈੜੀ ਮੱਤ ਨੂੰ ਖਤਮ ਕਰਕੇ, ਗਿਆਨ ਵਾਲੀ ਮੱਤ ਨੂੰ ਧਾਰਨ ਕਰਕੇ ਆਪਣੇ ਅੰਦਰ ਰੱਬੀ ਗੁਣਾਂ ਨੂੰ ਵਸਾਏ, ਤਾਂ ਉਹਦੇ ਅੰਦਰ ਸੁਖ, ਆਰਾਮ, ਆਨੰਦ ਆ ਟਿਕਣਗੇ। ਸਹੀ ਸਲਾਮਤ ਸਭ ਥੋਕ ਉਬਾਰੇ, ਗੁਰ ਕਾ ਸ਼ਬਦ ਵਿਚਾਰੇ ਰਹਾਓ। ਸਭ ਥੋਕ ਦਾ ਮਤਲਬ ਸਾਰੀਆਂ ਚੀਜ਼ਾਂ, ਯਾਨੀ ਆਤਮਿਕ ਜੀਵਨ ਦੇ ਸਾਰੇ ਗੁਣ, ਜੋ ਵੀ ਖੁਸ਼ੀਆਂ ਵਾਸਤੇ ਚਾਹੀਦੇ ਨੇ, ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਰਤਾ, ਨਿਰਭੈਤਾ, ਨਿਰਵੈਰਤਾ, ਪਿਆਰ, ਮੁਹੱਬਤ, ਇਨਸਾਨ ਆਦਿਕ, ਇਨਸਾਨੀਅਤ ਆਦਿਕ, ਸਾਰੇ ਥੋਕ। ਉਬਾਰੇ ਦਾ ਮਤਲਬ ਬਚਾ ਲੈ। ਵਿਚਾਰੇ ਦਾ ਮਤਲਬ ਵਿਚਾਰ ਕੇ, ਸੋਚ ਮੰਡਲ ਵਿੱਚ ਟਿਕਾ ਕੇ। ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ ਮੰਡਲ ਵਿੱਚ ਟਿਕਾ ਲਿਆ, ਗੁਰੂ ਕਾ ਸ਼ਬਦ ਵਿਚਾਰੇ ਦਾ ਮਤਲਬ ਜਿਸ ਨੇ ਗੁਰੂ ਸ਼ਬਦ ਨੂੰ, ਗੁਰੂ ਦੇ ਉਪਦੇਸ਼ ਨੂੰ ਆਪਣੀ ਸੋਚ ਮੰਡਲ ਦੇ ਅੰਦਰ ਟਿਕਾ ਲਿਆ, ਔਰ ਸੋਚ ਮੰਡਲ ਵਿੱਚ ਟਿਕਾ ਕੇ ਆਤਮਿਕ ਜੀਵਨ ਦੇ ਸਾਰੇ ਗੁਣ ਉਹਨੇ ਸਹੀ ਸਲਾਮਤ ਬਚਾ ਲਏ, ਉਹਦਾ ਆਤਮਿਕ ਜੀਵਨ ਬਚ ਗਿਆ। ਵਿਕਾਰਾਂ ਦੇ ਢਹਿ ਚੜਨ ਤੋਂ ਉਹਨੇ ਬਚਾ ਲਿਆ ਆਪਣੇ ਆਪ ਨੂੰ। ਉਹ ਫਿਰ ਕਾਮ ਕ੍ਰੋਧ ਦੇ ਢਹਿ ਨਹੀਂ ਚੜਦਾ। ਉਹ ਸਤ, ਸੰਤੋਖ, ਦਇਆ, ਧਰਮ, ਧੀਰਜ ਨੂੰ ਬਚਾਈ ਰੱਖਦਾ ਹੈ। ਕੌਣ? ਜੋ ਗੁਰੂ ਦੇ ਸ਼ਬਦ ਨੂੰ, ਉਪਦੇਸ਼ ਨੂੰ ਆਪਣੀ ਸੋਚ ਵਿੱਚ ਟਿਕਾ ਲੈਂਦਾ ਹੈ, ਜਿਹਦੇ ਅੰਦਰ ਗੁਰੂ ਦਾ ਗਿਆਨ ਪ੍ਰਗਟ ਹੋ ਜਾਂਦਾ ਹੈ, ਜਿਹਨੂੰ ਗੁਰੂ ਤੋਂ ਵਿਵੇਕ, ਬੁੱਧ, ਕਾਮਨ ਸੈਂਸ ਮਿਲ ਜਾਂਦੀ ਹੈ, ਉਹ ਫਿਰ ਆਪਣੇ ਸਾਰੇ ਸ਼ੁਭ ਗੁਣਾਂ ਨੂੰ ਬਚਾਈ ਰੱਖਦਾ ਹੈ, ਜਿਸ ਕਰਕੇ ਉਹਦੇ ਜੀਵਨ ਵਿੱਚ ਖੁਸ਼ੀਆਂ, ਖੇੜੇ, ਆਨੰਦ, ਪ੍ਰਸੰਨਤਾ ਪੈਦਾ ਹੋਣੇ ਹੁੰਦੇ ਨੇ। ਸਾਧ ਸੰਗ
ਮਲ ਲਾਥੀ। ਮਲ ਦਾ ਮਤਲਬ ਵਿਕਾਰਾਂ ਦੀ ਮੈਲ, ਸਾਧ ਸੰਗ ਦਾ ਮਤਲਬ ਗੁਰੂ ਦੀ ਸ਼ਰਨ ਵਿੱਚ ਟਿਕਿਆ। ਇਹ ਭਾਈ ਸਾਧ ਸੰਗਤ ਵਿੱਚ ਟਿਕਿਆ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ। ਸਰੀਰ ਦੀ ਮੈਲ ਪਾਣੀ ਨਾਲ ਦੂਰ ਹੁੰਦੀ ਹੈ ਤੇ ਵਿਕਾਰਾਂ ਦੀ ਮੈਲ ਬਾਣੀ ਨਾਲ, ਰੱਬੀ ਗੁਣਾਂ ਨਾਲ, ਗੁਰੂ ਗਿਆਨ ਦੇ ਰਾਹੀਂ ਦੂਰ ਹੁੰਦੀ ਹੈ। ਤਾਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜੋ ਟਿਕ ਗਏ, ਉਹਨਾਂ ਦੀ ਵਿਕਾਰਾਂ ਦੀ ਮੈਲ ਲੈ ਗਈ। ਪਾਰ ਬ੍ਰਹਮ ਭਇਓ ਸਾਥੀ, ਉਹਨਾਂ ਦੇ ਅੰਦਰ ਰੱਬੀ ਗੁਣ ਟਿਕ ਗਏ। ਤੇ ਸਾਥੀ ਦਾ ਮਤਲਬ ਸਹਾਈ, ਮਦਦਗਾਰ। ਭਇਓ ਦਾ ਮਤਲਬ ਬਣ ਗਿਆ। ਤਾਂ ਰੱਬ ਆਪ ਉਹਨਾਂ ਦਾ ਮਦਦਗਾਰ ਬਣ ਜਾਂਦਾ ਹੈ। ਗੁਰੂ ਦੀ ਸ਼ਰਨ ਵਿੱਚ ਟਿਕਣ ਨਾਲ ਜਿਨ੍ਹਾਂ ਦੀ ਵਿਕਾਰਾਂ ਦੀ ਮੈਲ ਲੈ ਗਈ, ਜਿਨ੍ਹਾਂ ਨੇ ਆਪਣੀ ਮੱਤ ਨੂੰ ਪਾਪਾਂ ਵਿਕਾਰਾਂ ਵੱਲੋਂ ਧੋ ਲਿਆ, ਜਿਨ੍ਹਾਂ ਨੇ ਰਾਮ ਦੇ ਦਾਸਾਂ ਦੇ ਸਰੋਵਰ ਸਾਧ ਸੰਗਤ ਵਿੱਚ ਇਸ਼ਨਾਨ ਕਰ ਲਿਆ, ਮੱਤ ਧੁੱਪ ਗਈ, ਜਿਨੇ ਆਪਣੇ ਸਾਰੇ ਆਤਮਿਕ ਗੁਣਾਂ ਨੂੰ ਸਹੀ ਸਲਾਮਤ ਬਚਾ ਲਿਆ, ਤਾਂ ਗੁਰੂ ਜੀ ਕਹਿੰਦੇ ਨੇ ਰੱਬ ਉਹਦਾ ਸਹਾਇਕ ਬਣ ਜਾਂਦਾ ਹਰ ਥਾਂ ਤੇ। ਉਸ ਬੰਦੇ ਦਾ ਰੱਬ ਫਿਰ ਪੱਕਾ ਸਹਾਇਕ ਹੈ। ਕਿਵੇਂ ਸਹਾਇਕ ਹੈ? ਜਦੋਂ ਬੰਦਾ ਕਿਤੇ ਝੂਠ ਬੋਲਣ ਦਾ ਮੌਕਾ ਬਣੇ ਨਾ, ਉਥੇ ਉਹ ਝੂਠ ਬੋਲ ਸਕਦਾ ਹੋਵੇ, ਝੂਠ ਬੋਲ ਕੇ ਬਹੁਤ ਵੱਡਾ ਆਰਥਿਕ ਲਾਭ ਖੱਟ ਸਕਦਾ ਹੋਵੇ, ਉਥੇ ਰੱਬ ਉਹਦਾ ਸਹਾਇਕ ਬਣ ਜਾਂਦਾ। ਰੱਬ ਉਹਨੂੰ ਝੂਠ ਨਹੀਂ ਬੋਲਣ ਦਿੰਦਾ। ਅੰਦਰੋਂ ਆਵਾਜ਼ ਆ ਜਾਂਦੀ ਹੈ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਜਦੋਂ ਕਿਤੇ ਬੇਗਾਨਾ ਹੱਕ ਖਾਣ ਦਾ ਮੌਕਾ ਬਣੇ, ਉਹਦੇ ਅੰਦਰੋਂ ਆਵਾਜ਼ ਆਉਂਦੀ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਰੱਬ ਉਹਦਾ ਸਹਾਇਕ ਹੁੰਦਾ ਹੈ, ਉਹਦੇ ਆਤਮਿਕ ਜੀਵਨ ਦਾ, ਔਰ ਉਹਨੂੰ ਵਿਕਾਰਾਂ ਤੋਂ ਬਚਾਉਣ ਦਾ। ਪਾਰ ਬ੍ਰਹਮ ਭਇਓ ਸਾਥੀ। ਨਾਨਕ ਨਾਮ ਧਿਆਇਆ। ਜਿਸ ਮਨੁੱਖ ਨੇ ਰਾਮ ਦੇ ਦਾਸਾਂ ਦੇ ਸਰੋਵਰ ਵਿੱਚ ਯਾਨੀ ਸਤਸੰਗਤ ਵਿੱਚ ਆ ਕੇ, ਨਾਮ ਦਾ ਮਤਲਬ ਰੱਬੀ ਹੁਕਮ, ਧਿਆਇਆ ਦਾ ਮਤਲਬ ਧਿਆਨ ਵਿੱਚ ਰੱਖਿਆ, ਜਿਹਨੇ ਆਪਣਾ ਧਿਆਨ ਰੱਬੀ ਹੁਕਮ ਦੇ ਵਿੱਚ ਟਿਕਾਇਆ, ਜਾਂ ਜਿਹਨੇ ਆਪਣੇ ਧਿਆਨ ਵਿੱਚ ਰੱਬੀ ਹੁਕਮ ਨੂੰ ਵਸਾ ਲਿਆ। ਦੋਵੇਂ ਇੱਕੋ ਹੀ ਗੱਲਾਂ ਨੇ। ਜਿਸਨੇ ਰੱਬੀ ਹੁਕਮ ਨੂੰ ਚੇਤੇ ਰੱਖਿਆ, ਆਪਣੇ ਚੇਤੇ ਵਿੱਚ ਵਸਾਇਆ, ਆਦ ਪੁਰਖ ਪ੍ਰਭ ਪਾਇਆ। ਆਦ ਦਾ ਮਤਲਬ ਜੋ ਸਭ ਦਾ ਮੁੱਢ ਹੈ, ਪੁਰਖ ਦਾ ਮਤਲਬ ਜੋ ਰਮਿਆ ਹੋਇਆ ਹੈ। ਤਾਂ ਉਸ ਮਨੁੱਖ ਨੇ ਉਸ ਪ੍ਰਭੂ ਨੂੰ ਲੱਭ ਲਿਆ ਜੋ ਸਭ ਦਾ ਮੁੱਢ ਹੈ, ਔਰ ਜੋ ਸਰਬ ਵਿਆਪਕ ਪ੍ਰਭੂ ਹੈ, ਉਸ ਨੂੰ ਉਹਨੇ ਪਾ ਲਿਆ। ਉਹ ਮਨੁੱਖ ਉਸ ਰੱਬ ਵਰਗਾ ਹੀ ਹੋ ਗਿਆ ਜਿਸ ਮਨੁੱਖ ਨੇ ਐਸੀ ਜ਼ਿੰਦਗੀ ਜੀਵੀ। ਤਾਂ ਰੱਬ ਵਰਗਾ ਮਨੁੱਖ ਕੌਣ ਹੋ ਸਕਦਾ ਹੈ? ਮੈਂ ਆਪ ਦੇ ਨਾਲ ਇਹ ਪੂਰੇ ਦੇ ਪੂਰੇ ਸ਼ਬਦ ਨੂੰ ਥੋੜਾ ਜਿਹਾ ਫਿਰ ਰਿਪੀਟ ਕਰ ਦਿਆਂ ਕਿ ਜਿਸ ਮਨੁੱਖ ਨੇ ਰਾਮਦਾਸ ਸਰੋਵਰ ਦਾ ਮਤਲਬ ਰਾਮ ਦੇ ਦਾਸਾਂ ਦੇ ਸਰੋਵਰ ਵਿੱਚ ਸਤਸੰਗ ਵਿੱਚ ਆ ਕੇ ਨਾਮ ਬਾਣੀ ਦੇ ਨਾਲ ਆਪਣੀ ਮਾਨਸਿਕਤਾ ਦਾ ਇਸ਼ਨਾਨ ਕਰਾਇਆ, ਉਹਦੇ ਸਾਰੇ ਪਾਪ ਲੈ ਗਏ, ਉਹਦੇ ਅੰਦਰ ਰੱਬੀ ਗੁਣ ਟਿਕ ਗਏ। ਗੁਰੂ ਗਿਆਨ ਵਿੱਚ ਇਸ਼ਨਾਨ ਕਰਕੇ, ਨਾਮ ਬਾਣੀ ਵਿੱਚ ਡੁਬਕੀ ਲਗਾ ਕੇ ਉਹਦੀ ਸੋਚ ਪਵਿੱਤਰ ਹੋ ਗਈ। ਇਹ ਦਾਤ ਗਿਆਨ ਦੀ ਪੂਰੇ ਗੁਰੂ ਨੇ ਉਹਨੂੰ ਦਿੱਤੀ। ਉਹਦੇ ਅੰਦਰ ਸਾਰੇ ਕੁਸ਼ਲ ਖੇਮ ਸੁਖ ਆਨੰਦ ਪ੍ਰਭੂ ਨੇ ਟਿਕਾ ਦਿੱਤੇ, ਜਿਸ ਦਾ ਅੰਦਰ ਦਾ ਇਸ਼ਨਾਨ ਹੋ ਗਿਆ। ਉਹਦੇ ਸਾਰੇ ਦੇ ਸਾਰੇ ਜੋ ਰੱਬੀ ਗੁਣ ਨੇ ਆਤਮਿਕ ਆਨੰਦ ਵਾਲੇ ਬਚਾ ਲਏ। ਲੇਕਿਨ ਇਹ ਉਹਦੇ ਬੱਚੇ ਜਿਨ੍ਹਾਂ ਗੁਰੂ ਦੇ ਸ਼ਬਦ ਨੂੰ ਆਪਣੇ ਵਿਚਾਰ ਮੰਡਲ ਵਿੱਚ ਵਸਾਇਆ, ਜਿਨ੍ਹਾਂ ਦੀ ਗੁਰੂ ਸ਼ਰਨ ਵਿੱਚ ਆਣ ਕੇ ਮੈਲ ਲੈ ਗਈ ਵਿਕਾਰਾਂ ਦੀ, ਪ੍ਰਭੂ ਉਹਨਾਂ ਦਾ ਹਮੇਸ਼ਾ ਸਹਾਇਕ ਬਣਿਆ ਰਹਿੰਦਾ ਹੈ। ਔਰ ਜਿਹੜੇ ਮਨੁੱਖ ਨਾਮ ਦੇ ਅੰਦਰ ਆਪਣੇ ਧਿਆਨ ਨੂੰ ਜੋੜਦੇ ਨੇ ਜਾਂ ਆਪਣੇ ਧਿਆਨ ਵਿੱਚ ਨਾਮ ਨੂੰ ਵਸਾਉਂਦੇ ਨੇ, ਭਾਵ ਜੋ ਪ੍ਰਭੂ ਦੇ ਹੁਕਮ ਨੂੰ ਹਮੇਸ਼ਾ ਹਮੇਸ਼ਾ ਚੇਤੇ ਰੱਖਦੇ ਰੱਬੀ ਰਜ਼ਾ ਵਿੱਚ ਤੁਰਦੇ ਨੇ, ਉਹ ਸਰਬ ਵਿਆਪਕ ਪ੍ਰਭੂ ਨੂੰ ਪਾ ਲੈਂਦੇ ਨੇ, ਜੋ ਸਾਰਿਆਂ ਦਾ ਮੁੱਢ ਮੂਲ ਹੈ ਔਰ ਜੋ ਸਾਰੇ ਥਾਵਾਂ ਦੇ ਉੱਤੇ ਵਿਆਪਕ ਹੋਇਆ ਹੋਇਆ ਹੈ।